प्यारे दोस्तों, आप सबके भीतर स्वयं प्रकाशमान ज्योत को डॉक्टर दोसांझ का प्रणाम। आज गुरपुरब है। जगत गुरु गुरु नानक देव जी के इस गुरपुरब दियां आप सब ਨੂੰ बहुत बहुत मुबारक। दोस्तों, ਅੱਜ ਵੈਸੇ ਤਾਂ ਕੋਈ ਐਡੀ ਸੁਖਪੰਜੀ ਦੇ ਨਾਲ ਵੀਡੀਓ ਬਣਾਉਣ ਦੀ ਜਾਂ ਐਪੀਸੋਡ ਬਣਾਉਣ ਦੀ ਕੋਈ ਸੋਚਿਆ ਤਾਂ ਨਹੀਂ ਸੀ, ਪਰ ਅੱਜ ਸਵੇਰੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਅੰਦੋਲਨ ਨਾਲ ਸੰਬੰਧਿਤ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਬਿਆਨ ਦਿੱਤਾ ਗਿਆ, ਤਾਂ ਫਿਰ ਮਨ 'ਚ ਆਇਆ ਕੋਈ ਸ਼ੱਕ ਨਹੀਂ, ਅਸੀਂ ਜਿਹੜੇ ਹਿੰਦੂ ਹਾਂ ਬਹੁਤ ਟੋਲਰੈਂਟ ਹਾਂ, और डॉक्टर दोसांझ भी एक सनातनी भारतीय है। मैं इस सनातन लफ्ज ਨੂੰ ਇਸ ਲਈ ਵਰਤਿਆ ਕਿ ਇਹ ਸਨਾਤਨ ਸਿਵਲਾਈਜੇਸ਼ਨ, the only surviving civilization, Bharatiya civilization, its roots are present in the eternity, in the Sanatan. And बतौर एक सनातन भारतीय होने के नाते मैं अपनी गल थोड़े नाल साझी करनी चाहना। ਇਹ ਸਨਾਤਨ ਦੀ ਹੀ ਦੇਣ ਹੈ ਕਿ ਮੈਂ ਆਪਣੀ ਗੱਲ ਨੂੰ ਹੋਰ ਵਿਆਖਿਆ 'ਚ ਜਾਣ ਤੋਂ ਪਹਿਲਾਂ ਇਹ ਗੱਲ ਦੱਸਣੀ ਚਾਹਾਂਗਾ ਕਿ ਹਰ ਸਨਾਤਨੀ ਦਾ, ਪਾਰਟਿਕੂਲਰਲੀ ਮੇਰਾ, ਇੱਕ ਦ੍ਰਿੜ ਵਿਸ਼ਵਾਸ ਹੈ ਕਿ ਇਸ ਅਸਤਿਤਵ ਵਿੱਚ, ਇਸ ਕਾਇਨਾਤ ਵਿੱਚ, ਇਸ ਸੰਸਾਰ ਵਿੱਚ ਜੋ ਵੀ ਸਾਨੂੰ ਇੱਕ ਬਾਹਰ ਮੁਖੀ ਜਗਤ ਦਿਖਾਈ ਦੇ ਰਿਹਾ, ਇਸ ਸਮੁੱਚੇ ਸੰਸਾਰ ਦੇ ਵਿੱਚ ਕੋਈ ਵੀ ਘਟਨਾ ਬੇਮਕਸਦ ਨਹੀਂ ਹੁੰਦੀ, ਕੋਈ ਵੀ ਵਰਤਾਰਾ ਅਕਾਰਨ ਨਹੀਂ। ਇਹ ਇਸ ਤਰ੍ਹਾਂ ਹੀ ਹੋਣਾ ਹੈ। ਇਸ ਸਨਾਤਨ ਦੀ ਖਾਸੀਅਤ ਹੈ ਕਿ ਉਹ ਮਨੁੱਖ ਨੂੰ ਹਰ ਮੋੜ ਦੇ ਉੱਪਰ ਉਸਦੀ ਕੌਨਸ਼ੀਅਸਨੈਸ ਤੋਂ ਦੂਰ ਨਹੀਂ ਜਾਣ ਦਿੰਦਾ। ਐਂਡ ਕੌਨਸ਼ੀਅਸਨੈਸ ਹੀ ਮਨੁੱਖ ਦਾ ਸੁਭਾਅ ਹੈ, ਮਨੁੱਖ ਦਾ ਧਰਮ ਹੈ, ਮਨੁੱਖ ਦਾ ਸੁਮ ਹੈ, ਮਨੁੱਖ ਦੀ ਨਿਜਤਾ ਹੈ, ਮਨੁੱਖ ਦੀ ਇੰਡੀਵਿਜੂਅਲਿਟੀ ਹੈ, ਮਨੁੱਖ ਦਾ ਗੁਣ ਹੈ। ਉਸ ਗੁਣ ਦੇ ਵਿੱਚੋਂ ਹੀ ਕਰਮ ਨਿਕਲਦੇ ਨੇ। ਤੋ ਜਦੋਂ ਅਸੀਂ ਆਪਣਾ ਆਧਾਰ ਇਸ ਕੌਨਸ਼ੀਅਸਨੈਸ ਨੂੰ, ਇਸ ਸਨਾਤਨ ਵਿਰਾਸਤ ਨੂੰ ਲੈਂਦੇ ਹਾਂ, ਤਾਂ ਇੱਕ ਕਰਮ ਨੂੰ ਇੱਕ ਜਗ ਰੂਪੀ ਕਰਮ ਮੰਨਦੇ ਹੋਏ ਐਂਡ ਆਪਣੇ ਆਪ ਨੂੰ ਇੱਕ ਨਿਮਿਤ ਮੰਨਦੇ ਹੋਏ, ਕਰਮ ਨਿਸ਼ਚਿਤ ਦਾ ਇੱਕ ਹੁਕਮ ਹੈ, ਨਿਸ਼ਚਿਤ ਵੱਲੋਂ ਨਿਰਧਾਰਿਤ ਡੈਸਟਾਈਨਡ ਤੁਹਾਡਾ ਜੋ ਗੁਣ ਹੈ ਉਹਦੀ ਮੈਨੀਫੈਸਟੇਸ਼ਨ ਸਮਾਜੀਕਰਨ ਦੇ ਰੂਪ 'ਚ ਹੁੰਦੀ ਹੈ। ਇਹ ਮੈਂ ਥੋੜੀ ਜਿਹੀ ਅਸਲੀ ਸਵਾਲ ਤੋਂ ਪਹਿਲਾਂ ਥੋੜੀ ਜਿਹੀ ਇੰਟਰੋਡਕਸ਼ਨ ਮੈਂ ਤੁਹਾਨੂੰ ਦੇ ਰਿਹਾ ਕਿ ਜੀਵਨ ਦੇ ਹਰ ਵਰਤਾਰੇ ਦਾ ਜੋ ਆਧਾਰ ਹੈ ਉਹ ਆਲਰੇਡੀ
ਡਿਸਟਾਈਨਡ ਹੈ ਐਂਡ ਅਸੀਂ ਬਤੌਰ ਨਿਮਿਤ ਉਸ ਨੂੰ ਸਵੀਕਾਰ ਕਰਨਾ ਹੀ ਸਾਡਾ ਗੁਣ ਧਰਮ ਹੈ। ਐਂਡ ਇਹੀ ਸਵੀਕ੍ਰਿਤੀ ਹੀ ਜੋ ਤਿੰਨ ਚੀਜ਼ਾਂ ਨੇ, ਨਿਜਤੀ, ਨਿਮਿਤ ਐਂਡ ਸਵੀਕ੍ਰਿਤੀ, ਸਨਾਤਨ ਦਾ ਜੋ ਆਧਾਰ ਨੇ, ਉਹਦੇ ਵਿੱਚ ਸਾਨੂੰ ਰਹਿਣ ਲਈ ਇੱਕ ਜੀਵਨ ਜਾਚ ਦਿੰਦੀਆਂ ਨੇ। ਸਮਾਜ ਵਿੱਚ ਜੋ ਵੀ ਵਰਤਾਰੇ ਹੁੰਦੇ ਨੇ ਉਹ ਪ੍ਰਕਿਰਤੀ ਦੇ ਤੱਤਾਂ ਵਿੱਚੋਂ ਨਿਕਲ ਕੇ ਉਹਨਾਂ ਦੇ ਤੱਤਾਂ ਦੇ ਆਪਸੀ ਐਕਸ਼ਨ ਜੋ ਹੈ ਉਹਦੇ ਵਿੱਚ ਜੋ ਮੈਨੀਫੈਸਟ ਹੁੰਦਾ ਉਹ ਸਮਾਜ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਰਹਿੰਦਾ। ਸੋ ਇਸ ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਬਿੱਲ ਜ਼ਰਾਅਤ ਨਾਲ ਸੰਬੰਧਿਤ ਐਗਰੀਕਲਚਰ ਜੋ ਕਾਨੂੰਨ ਬਣਾਏ ਸੀਗੇ ਐਂਡ ਜਿਨ੍ਹਾਂ ਦੀ ਦੇਸ਼ ਭਰ ਦੇ ਵਿੱਚ ਦੇ ਲੋਕਾਂ ਨੇ, ਕਿਸਾਨਾਂ ਨੇ ਉਸ ਨੂੰ ਐਕਸੈਪਟ ਵੀ ਕੀਤਾ ਸੀ। ਐਕਸੈਪਟ ਪੰਜਾਬ ਦੇ ਅਮੀਰ ਕਿਸਾਨ ਔਰ ਆੜ੍ਹਤੀਏ ਔਰ ਹਰਿਆਣੇ ਦੇ ਕੁਝ ਆੜ੍ਹਤੀਏ ਅਮੀਰ ਕਿਸਾਨ, ਜੋ ਵੈਸਟਰਨ ਯੂਪੀ ਦੇ ਕੁਝ ਅਮੀਰ ਕਿਸਾਨਾਂ ਨੂੰ ਛੱਡ ਕੇ ਇਹ ਸਾਰੇ ਦੇ ਸਾਰੇ ਕਾਨੂੰਨਾਂ ਦੀ ਜਦੋਂ ਅਸੀਂ ਗਹਿਰਾਈ ਵਿੱਚ ਜਾਣੇ ਹੈਗੇ ਆ ਤੋ ਇਹਨੂੰ 1991 ਦੇ ਇੰਡਸਟਰੀਅਲ ਰੈਵੋਲੂਸ਼ਨ ਦੀ ਤਰ੍ਹਾਂ ਇਹ ਐਗਰੀਕਲਚਰ ਰੈਵੋਲੂਸ਼ਨ ਇਸ ਨੂੰ ਅਸੀਂ ਕੰਸੀਡਰ ਕਰਦੇ ਸੀਗੇ। ਮੋਦੀ ਸਾਹਿਬ ਨੇ ਹੋਰ ਵੀ ਬਹੁਤ ਕੁਛ ਕੀਤਾ ਪਿਛਲੇ 7 ਸਾਲਾਂ 'ਚ। ਮੈਂ ਉਸ ਦੀ ਲਿਸਟ ਵਿੱਚ ਨਹੀਂ ਜਾਵਾਂਗਾ ਕਿ ਉਹ ਕੀ ਕੁਛ ਉਹਨਾਂ ਨੇ ਇਸ ਦੇਸ਼ ਦੇ ਵਿੱਚ ਇੱਕ 2014 ਤੋਂ ਬਾਅਦ ਇੱਕ ਨਵਾਂ ਰੈਵੋਲੂਸ਼ਨ ਦੀ ਨੀਂਹ ਰੱਖੀ, ਨਵੀਂ ਇਕਨੋਮਿਕ ਗਰੋਥ ਦਾ ਚੈਪਟਰ ਖੋਲ੍ਹਿਆ, ਇੱਕ ਨਵਾਂ ਹੀ ਵੱਖਰੀ ਪ੍ਰਕਾਰ ਦਾ ਸਨਾਤਨ ਦਾ ਰਿਵਾਈਵਲਿਜ਼ਮ ਦੀ ਬੁਨਿਆਦ ਰੱਖੀ ਗਈ। ਬਹੁਤ ਸਾਰੀਆਂ ਚੀਜ਼ਾਂ ਨੇ, ਮੈਂ ਉਹਨਾਂ ਦੀ ਵੀ ਡਿਟੇਲ ਵਿੱਚ ਨਹੀਂ ਜਾਵਾਂਗਾ, ਲੇਕਿਨ ਫਿਰ ਵੀ ਸਪਨ ਜੀ ਮੇਰੇ ਮਨ 'ਚ ਕਈ ਵਾਰੀ ਖਿਆਲ ਆਉਂਦਾ ਹੁੰਦਾ ਸੀ ਕਿ ਬੀਜੇਪੀ ਦੀ ਇਸ ਮੋਦੀ ਸਰਕਾਰ ਨੇ ਮਨਮੋਹਨ ਸਿੰਘ ਐਂਡ 2004 ਤੋਂ 14 ਤੱਕ ਜਿਹੜੇ ਸਕੈਮਸ ਦਾ, ਸਕੈਂਡਲਸ ਦਾ, ਕਰਪਸ਼ਨ ਦਾ, ਇੰਡੀਆ ਅਗੇਂਸਟ ਕਰਪਸ਼ਨ ਦਾ ਪੀਰੀਅਡ ਸੀਗਾ, ਉਸ ਨੂੰ ਲੱਗ ਰਿਹਾ ਸੀਗਾ ਕਿ ਕਿਸ ਤਰਫ ਨੂੰ ਜਾ ਰਿਹਾ ਇੰਡੀਆ, ਇਤਨੀ ਵੱਡੀ ਬਰਬਾਦੀ ਹੋ ਰਹੀ ਇਸ ਦੇਸ਼ ਦੀ। ਤੋ ਐਟਲੀਸਟ ਉਹਨਾਂ ਪਿਛਲੇ 7 ਸਾਲਾਂ 'ਚ ਉਸ ਪ੍ਰਕਾਰ ਦਾ ਅਸੀਂ ਕੋਈ ਨੋ ਡਾਊਟ ਕਰਪਸ਼ਨ ਇਜ਼ ਸਟਿਲ ਪ੍ਰੀਵੈਲੈਂਟ ਐਟ ਦਾ ਲੋਅਰ ਲੈਵਲ, ਲੇਕਿਨ ਐਟ ਦਾ ਸੈਂਟਰ ਦੇ ਵਿੱਚ ਉਸ ਪ੍ਰਕਾਰ ਦੀ ਸਾਨੂੰ ਸਕੈਂਡਲਸ ਐਂਡ ਉਹ ਕਰਪਸ਼ਨ ਦੇਖਣ ਨੂੰ ਨਹੀਂ ਸੀ ਮਿਲਦੀ, ਤਾਂ ਕੁਛ ਰਾਹਤ ਮਿਲਦੀ ਸੀ। ਕੁਝ ਜੋ ਹੋਰ ਇਹਨਾਂ ਨੇ ਕੰਮ ਕੀਤੇ ਉਹ ਤੋਂ ਹੀ ਮਿਲਦੀ ਸੀਗੀ ਕਿ ਕਾਮਨ ਮੈਨ ਵਾਸਤੇ ਕੁਝ ਰਾਹਤ ਮਿਲ ਰਹੀ ਹੈਗੀ ਆ, ਉਹਦੀ ਵੀ ਮੈਂ ਡਿਟੇਲ 'ਚ ਨਹੀਂ ਜਾਵਾਂਗਾ। ਪਰ ਮੇਰੇ ਮਨ ਵਿੱਚ ਇੱਕ ਚੀਜ਼ ਜ਼ਰੂਰ ਉੱਠਦੀ ਹੁੰਦੀ ਸੀ ਕਿ ਯਾਰ ਬੜਾ ਕੁਝ ਹੋ ਰਿਹਾ, ਪਰ ਇੱਕ ਦੇਸ਼ ਦੇ ਵਿੱਚ ਗੁੱਡ ਗਵਰਨੈਂਸ ਇਜ਼ ਸਟਿਲ ਲੈਕਿੰਗ। ਗਵਰਨੈਂਸ ਤੋਂ ਭਾਵ ਹੈ ਕਿ ਇੱਥੇ ਇੱਕ ਕੌਨਸਟੀਟਿਊਸ਼ਨ ਹੈ, ਉਹਦੇ ਨਾਲ ਬੜੀਆਂ ਭਾਂਤ ਦੀਆਂ ਐਗਜ਼ੀਕਿਊਟਿਵ ਜੁੜੀਆਂ ਹੋਈਆਂ ਨੇ, ਐਡਮਿਨਿਸਟ੍ਰੇਟਿਵ ਮਸ਼ੀਨਰੀ ਜੁੜੀ ਹੋਈ ਹੈਗੀ ਹੈ, ਸਭ ਕੁਝ ਹੈ, ਲੇਕਿਨ ਜੋ ਕਾਨੂੰਨ ਹੈ ਉਹਦੀ ਇੰਪਲੀਮੈਂਟੇਸ਼ਨ ਗ੍ਰਾਸ ਰੂਟ ਤੱਕ ਨਹੀਂ ਸੀ ਹੋ ਰਹੀ। ਉਹਨੂੰ ਅਸੀਂ ਕਹਾਂਗੇ ਕਿ ਲੈਕ ਆਫ ਗੁੱਡ ਗਵਰਨੈਂਸ ਦਾ ਕੈਪੈਸਿਟੀ, ਲੈਕ ਆਫ ਗਵਰਨੈਂਸ। ਬੜੀ ਵਾਰ ਮੈਂ ਸੋਚਣਾ ਕਿ ਵੀ ਆ ਵੀ ਮੋਦੀ ਸਾਹਿਬ ਬਹੁਤ ਅੱਛਾ ਕਰ ਰਹੇ ਨੇ, ਨਿਰਸਵਾਰਥ ਕਰ ਰਹੇ ਨੇ, ਇਹਨਾਂ ਦਾ ਆਪਣਾ ਕੋਈ ਸਵਾਰਥ ਨਹੀਂ, ਆਪਣਾ ਕਿਸੇ ਪ੍ਰਕਾਰ ਦੀ ਹੰਕਾਰ ਪੂਰਤੀ ਨਹੀਂ, ਔਰ ਬੜੇ ਇੱਕ ਕੀ ਕਹਿੰਦੇ ਨਿਸ਼ਕਾਮ ਸੇਵਕ ਦੀ ਤਰ੍ਹਾਂ ਇਹ ਰਾਸ਼ਟਰ ਹਿੱਤ ਨੂੰ ਲੈ ਕੇ ਸਾਰਾ ਕੁਝ ਕਰ ਰਹੇ ਨੇ। ਲੋਕ ਵੀ ਖੁਸ਼ ਨੇ, ਮੈਜੋਰਟੀ ਲੋਕ ਭਾਰਤੀ ਜਿਹਨਾਂ ਨੂੰ ਅਸੀਂ ਹਿੰਦੂ ਕਹਿੰਦੇ ਆ, ਉਹ ਮੋਦੀ ਸਾਹਿਬ ਤੋਂ ਖੁਸ਼ ਸਨ ਕਿ ਬੜੀ ਸੋਹਣੀ ਗਵਰਨਮੈਂਟ ਚੱਲ ਰਹੀ ਹੈਗੀ ਆ। ਉਸ ਜੋ ਕੁਝ ਵੀ ਪੋਜ਼ਿਟਿਵ ਵਰਤਾਰੇ ਸੀਗੇ ਉਹਦੇ ਵਿੱਚ ਜਿਹੜਾ ਲੈਕ ਆਫ ਗਵਰਨੈਂਸ ਮੇਰੇ ਕਿ ਸਟਿਲ ਪਰਸਿਸਟਿੰਗ that is there, ਉਹ ਬਹੁਤ ਟੌਰਚਰਿੰਗ ਸੀ। ਮੈਂ ਤੁਹਾਨੂੰ ਥੋੜੀ ਜਿਹੀ ਸਪਨ ਜੀ ਇੱਕ ਮਿਸਾਲ ਦਿੰਦਾ
ਕਿਸਾਨ ਐਜੀਟੇਸ਼ਨ ਜਦੋਂ ਸ਼ੁਰੂ ਹੁੰਦੀ ਹੈਗੀ ਆ ਤਾਂ ਇਹਦੀ ਸ਼ੁਰੂਆਤ ਪੰਜਾਬ ਤੋਂ ਹੁੰਦੀ ਆ। ਪੰਜਾਬ 'ਚ ਰੇਲਾਂ ਬੰਦ ਹੋ ਗਈਆਂ, ਰੇਲ ਪਟੜੀਆਂ ਉੱਪਰ ਕਿਸਾਨਾਂ ਨੇ ਧਰਨੇ ਦੇ ਦਿੱਤੇ, ਪੁਲਾਂ ਦੇ ਉੱਪਰ ਕਿਸਾਨ ਜਾ ਕੇ ਲੰਮੇ ਪੈ ਗਏ। जीटी रोड पर जिन्हें नेशनल हाईवे से उन्होंने पर टोल प्लाजा बंद हो गए। अडानी अंबानी दे जितने भी सगे अदारे सगे, चाहे पेट्रोल पंप सगे, चाहे मॉल सगे, वो अज तक बंद पे आ। पिछले ਜਦੋਂ ਦੀ ਵੀ ਇਹ 1.5 ਸਾਲ ਤੋਂ ਹੋਏ ਕਿਸਾਨ ਐਜੀਟੇਸ਼ਨ ਚੱਲੀ ਆ। ਸੋਰਸ ਇਹਦਾ ਪੰਜਾਬ ਹੀ ਸੀ, ਐਂਡ ਪੰਜਾਬ ਦੀ ਕਿਸਾਨੀ, ਪੰਜਾਬ ਦੇ ਅਮੀਰ ਜੱਟ ਐਂਡ ਜੋ ਆਪਣੇ ਹੁੰਦੇ ਨੇ ਦਲਾਲ ਆੜਤੀਆ, ਐਂਡ ਇਸ ਸਾਰੇ ਸਮੇਂ ਦੌਰਾਨ ਪੰਜਾਬ ਦਾ ਬਹੁਤ ਨੁਕਸਾਨ ਹੋਇਆ, ਅੱਜ ਵੀ ਹੋ ਰਿਹਾ। ਇੱਕ ਮੌਲ ਦੇ ਵਿੱਚ 1.5-2 ਹਜ਼ਾਰ ਬੱਚਾ ਆਪਣੀ ਰੋਜ਼ੀ ਕਮਾਉਂਦਾ ਸੀ, ਉਹ ਅੱਜ ਵੀ ਬੰਦ ਰਿਹਾ। ਉਸ ਨੂੰ ਖੋਲ੍ਹਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਚਲੋ, ਇਸ ਤੋਂ ਪਹਿਲਾਂ CAA ਦੇ ਵਿਰੋਧ ਵਿੱਚ ਉਹ ਕਿਹੜਾ ਬਾਗ ਹੈ ਯਾਰ, ਇਹਨੂੰ ਕਹਿੰਦੇ ਜੀ, ਇੱਥੇ ਐਜੀਟੇਸ਼ਨ ਚੱਲਦੀ ਸੀਗੀ, ਸ਼ਾਹੀਨ ਬਾਗ। और ਸ਼ਹੀਨ ਬਾਗ ਦੇ ਉੱਪਰ ਇਹਨਾਂ ਨੇ ਸੜਕ ਰੋਕੀ ਰੱਖੀ 100 ਦਿਨ ਵਾਸਤੇ। ਇਹ ਜਿਨ੍ਹਾਂ ਨੂੰ ਅਸੀਂ ਦੋ ਸ਼ੇਰ ਕਹਿੰਦੇ ਹੈਗੇ ਆ, ਮੋਦੀ ਐਂਡ ਸ਼ਾਹ, ਆਉਣਾ ਕਿ ਸਰਕਾਰਾਂ ਯਾਰ ਐਵੇਂ ਚੱਲਦੀਆਂ ਹੁੰਦੀਆਂ। ਕੁਝ ਲੋਕ ਸੜਕਾਂ 'ਤੇ ਧਰਨਾ ਮਾਰ ਕੇ ਬੈਠ ਜਾਣ ਮਹੀਨਿਆਂ ਬੱਧੀ, ਐਂਡ ਉੱਥੇ ਵਾਇਲੈਂਸ ਹੋਵੇ, ਆਲੇ ਦੁਆਲੇ ਲੋਕਾਂ ਨੂੰ ਤੰਗ ਕੀਤਾ ਜਾਵੇ, ਰਸਤਾ ਬੰਦ ਕਰਕੇ ਲੋਕਾਂ ਨੂੰ ਮਾਰਿਆ ਜਾਵੇ। ਗਵਰਨੈਂਸ ਕਿੱਥੇ ਆ? ਇਸੇ ਸਮੇਂ ਦੌਰਾਨ ਹੀ ਬੰਗਾਲ ਦੀਆਂ ਚੋਣਾਂ ਆ ਗਈਆਂ। ਬੰਗਾਲ ਦੀਆਂ ਚੋਣਾਂ ਤੋਂ ਬਾਅਦ ਜੋ ਉੱਥੇ ਹਿੰਸਾ ਹੋਈ, ਉਹ ਦੇਖ ਕੇ ਆਵੇ ਕਿ ਇਹ ਜਿਹੜੀ ਦੇਸ਼ ਦੀ ਗਵਰਨਮੈਂਟ ਹੈ, ਇਹਦੇ ਪਾਸ ਕੋਈ ਗਵਰਨੈਂਸ ਦਾ ਕੋਈ ਆਧਾਰ ਨਹੀਂ। ਕਿਵੇਂ ਲੋਕਾਂ ਨੂੰ ਕੰਟਰੋਲ ਕਰਨਾ? ਅਸੀਂ ਫਿਰ ਵੀ ਚੁੱਪ ਕੀਤੇ ਰਹੇ। ਕਿਸਾਨ ਐਜੀਟੇਸ਼ਨ ਆ ਗਈ। ਪਿਛਲੇ 1 ਸਾਲ ਤੋਂ ਦਿੱਲੀ ਨੂੰ ਘੇਰਿਆ ਆ। ਹਰਿਆਣੇ ਐਂਡ ਯੂਪੀ ਦੇ ਬਾਰਡਰ ਉੱਪਰ ਜਿੰਨੀਆਂ ਸੀ ਛੋਟੀਆਂ ਸਨਅਤਾਂ, ਜਿੰਨੇ ਵੀ ਉਦਮੀ ਸੀਗੇ, ਉਹ ਬੰਦ ਕਰਕੇ ਦੌੜ ਗਏ। ਛੋਟੇ ਦੁਕਾਨਦਾਰ ਉੱਥੋਂ ਉੱਜੜ ਗਏ। ਲੋਕਾਂ ਦੀ ਆਵਾਜਾਈ ਦੇ ਵਿੱਚ ਜੋ ਤਕਲੀਫਾਂ ਆਈਆਂ, ਕਿਉਂਕਿ ਅਸੀਂ ਹਿੰਦੂ ਟੋਲਰੈਂਟ ਹੈਗੇ, ਹਰ ਚੀਜ਼ ਨੂੰ ਟੋਲਰੈਂਟ ਕਰ ਲੈਂਦੇ ਹੈਗੇ ਆ, ਕਰਦੇ ਆਏ ਹੈਗੇ ਆ, ਅਸੀਂ ਫਿਰ ਨਹੀਂ ਕੁਛ ਬੋਲੇ। ਪਰ ਮਨ 'ਚ ਫਿਰ ਵੀ ਆਉਣਾ ਯਾਰ, ਇਹ ਜਿਹੜੀ ਇੰਪਲੀਮੈਂਟੇਸ਼ਨ ਆਫ ਦਾ ਜੋ ਲਾਅ ਹੈ, ਜੋ ਗਵਰਨੈਂਸ ਹੈ, ਇਹ ਕਿੱਦਾਂ ਹੋਵੇਗੀ? ਪਰ ਫਿਰ ਵੀ ਇੱਕ ਉਮੀਦ ਕਿ ਵੀ ਇਹ ਸਰਕਾਰ ਇੱਕ ਰਾਸ਼ਟਰਵਾਦੀ ਸਰਕਾਰ ਹੈ। ਚਲੋ 2014 ਤੋਂ ਬਾਅਦ ਇਹ ਸਮਝ ਆਈ ਕਿ ਆਹ ਇੱਕ ਟੋਲਾ ਹੁੰਦਾ ਸੀਗਾ ਕਮਿਊਨਿਸਟਾਂ ਦਾ ਤੇ ਕਾਂਗਰਸੀਆਂ ਦਾ, ਜਿਨ੍ਹਾਂ ਦਾ ਕੰਮ ਹੀ ਇੱਕ ਸਵਾਰਥ ਪੂਰਤੀ ਸੀ ਤੇ ਲੋਕਾਂ ਨੂੰ ਲੁੱਟਣਾ ਤੇ ਆਪਣਾ ਬਣਾਉਣਾ। ਇੱਕ ਇਹ ਹੁੰਦੇ ਸੀਗੇ ਹਿੰਦੂ ਰਾਸ਼ਟਰਵਾਦੀ, ਜਿਨ੍ਹਾਂ ਨੂੰ ਬੇਇੰਤਹਾ ਬਦਨਾਮ ਕੀਤਾ ਗਿਆ, ਐਂਡ ਉਹਦੇ ਨਾਲ ਦੀ ਨਾਲ ਸਨਾਤਨ ਧਰਮ ਨੂੰ ਵੀ ਬਦਨਾਮ ਕੀਤਾ ਗਿਆ। ਸਾਡੀ ਜੋ ਬੋਲੀ ਸੀ ਸੰਸਕ੍ਰਿਤ, ਸਾਡੀ ਜੋ ਸੰਸਕ੍ਰਿਤੀ ਸੀ ਹੈਰੀਟੇਜ, ਐਂਡ ਉਸ ਨਾਲ ਜੁੜੀ ਹੋਈ ਤਮਾਮ ਸੈਂਸਸ ਜੋ ਸੀਗੀਆਂ, ਉਹਨਾਂ ਦੇ ਨੇੜੇ ਵੀ ਸਾਨੂੰ ਨਹੀਂ ਲੱਗਣ ਦਿੱਤਾ ਗਿਆ। ਪਰ ਫਿਰ ਵੀ ਇੱਕ 2014 ਤੋਂ ਬਾਅਦ ਇੱਕ ਸਮਝ ਆਉਣ ਲੱਗੀ ਕਿ ਆਹ ਕੁਝ ਦੋਸਤ ਤਾਕਤਾਂ ਨੇ, ਆਹ ਕੁਝ ਦੁਸ਼ਮਣ ਤਾਕਤਾਂ ਨੇ। ਇੱਕ ਡਿਮਾਰਕੇਸ਼ਨ ਹੋ ਗਈ ਸੀਗੀ ਕਿ ਆਹ ਲੋਕ ਕੁਛ ਰਾਸ਼ਟਰ ਦੀ, ਕੁਛ ਦੇਸ਼ ਦੀ ਗੱਲ ਕਰ ਰਹੇ ਨੇ, ਤੇ ਆਹ ਲੋਕ ਜਿਹੜੇ ਨੇ ਫੋਰਨ ਕੰਟਰੀਜ਼ ਦੇ ਏਜੰਟਸ ਕਹਿ ਲਓ, ਜਾਂ ਉਹਨਾਂ ਦੀ ਟੋਲ ਕਿਟ ਦੇ ਵਿੱਚੋਂ ਨਿਕਲੇ ਹੋਏ ਉਹਨਾਂ ਦੇ ਪਹਾੜੇ ਦੇ ਟੱਟੂ ਨੇ। ਸਾਰੀ ਚੀਜ਼ ਦੀ ਸਮਝ ਬੜਾ ਕੁਛ ਮੈਂ ਕਹਿੰਦਾ ਕਿ 2014 ਤੋਂ ਬਾਅਦ ਸਾਨੂੰ ਬਹੁਤ ਸਮਝ ਆਇਆ। ਆ ਜਿਹੜਾ ਅੱਜ ਦੀ ਚੀਜ਼ ਹੈਗੀ ਆ, ਆਪਾਂ ਉਹਨੂੰ ਹੀ ਭੁੱਲ ਗਏ।
ਆ ਜਿਹੜਾ ਅੱਜ ਮੋਦੀ ਸਾਹਿਬ ਵੈਸੇ ਬਹੁਤ ਸਿਆਣੇ ਆ, ਇਹਨਾਂ ਨਾਲ ਜੁੜੀ ਹੋਈ ਟੋਟਲ RSS ਬਹੁਤ ਸਿਆਣੀ ਆ, ਆਪਣਾ ਅਮਿਤ ਸ਼ਾਹ ਐਂਡ ਅਜੀਤ ਵਾਲਿਆ ਵਗੈਰਾ ਬੜੇ ਇੰਟੈਲੀਜੈਂਟ ਬੰਦੇ ਬੈਠੇ ਨੇ। ਮੈਂ ਜੀ ਮਹਿਸੂਸ ਕਰਦਾ ਹਾਂ ਕਿ ਸਾਡੇ ਨਾਲੋਂ ਮੇਰੇ ਵਰਗੇ ਹੋਰ ਵੀ ਜਿਹੜੇ ਲੋਕ ਹੈਗੇ ਨੇ, ਕੁਝ ਪੱਤਰਕਾਰ ਨੇ YouTube ਦੇ ਉੱਪਰ ਆਪਣੇ ਚੈਨਲ ਚਲਾ ਰਹੇ ਨੇ, ਤੇ ਮੈਂ ਫਿਰ ਵੀ ਸਮਝਦਾ ਕਿ ਇਹ ਸੈਂਟਰ ਜ਼ਰੂਰ ਕਰਦੇ ਨੇ, ਲੋਕ ਸਿਆਣੇ ਨੇ, ਇੰਟੈਲੀਜੈਂਟ ਨੇ, ਹਰ ਗੱਲ ਨੂੰ ਅੰਡਰਸਟੈਂਡ ਕਰਦੇ ਨੇ। ਪਰ ਆ ਤਾਂ ਜਿਹੜਾ ਸਵਪਨ ਜੀ, ਮੈਂ ਬਹੁਤ ਵਾਰ ਮੇਰੇ ਦਿਮਾਗ 'ਚ ਆਉਂਦਾ ਕਿ ਮੈਂ ਪ੍ਰਾਈਮ ਮਿਨਿਸਟਰ ਨੂੰ ਇੱਕ ਚਿੱਠੀ ਪਾਵਾਂ ਕਿ ਤੂੰ ਬਹੁਤ ਸੋਹਣਾ ਕੁਛ ਤੁਸੀਂ ਕਰ ਰਹੇ ਹੋ, ਸਾਨੂੰ ਗੁੱਡ ਗਵਰਨੈਂਸ ਤਾਂ ਦੇ ਦਿਓ, ਸਾਡੇ ਕੋਲ ਜੋ ਟੈਕਸ ਲੈਣਾ ਲੈ ਲਓ, ਲੇਕਿਨ ਸਾਨੂੰ ਗੁੱਡ ਗਵਰਨੈਂਸ ਦਿਓ। ਮੋਦੀ ਸਾਹਿਬ ਦੀ ਇਹ ਸਭ ਤੋਂ ਵੱਡੀ ਵੀਕਨੈਸ ਸੀ। 7 ਸਾਲ 'ਚ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਬਹੁਤ ਕੁਛ ਕੀਤਾ ਉਹਨਾਂ ਨੇ, ਐਪਰੀਸ਼ੀਏਬਲ ਹੈ। ਇੰਟਰਨੈਸ਼ਨਲੀ ਨੈਸ਼ਨਲੀ ਉਹਦੀਆਂ ਗੁਣਗਾਨ ਕਰਨ ਲੱਗੀ ਹੈ ਤਾਂ ਬਹੁਤ ਲੰਬੀ ਲਿਸਟ ਬਣ ਜਾਂਦੀ ਹੈਗੀ ਆ। ਪਰ ਹਰ ਸਟੇਜ ਦੇ ਉੱਪਰ ਉਹਨਾਂ ਦੇ ਗੁਣਗਾਨ ਤੋਂ ਬਾਅਦ ਮੇਰੇ ਦਿਮਾਗ 'ਚ ਫਿਰ ਆ ਜਾਣਾ ਲੈਕ ਆਫ ਗੁੱਡ ਗਵਰਨੈਂਸ। ਜੋ ਕਾਨੂੰਨ ਹੈ ਦੇਸ਼ ਦਾ, ਉਹ ਹੇਠਲੇ ਪੱਧਰ ਤੱਕ ਲੋਕਾਂ ਅਗਰ ਲਾਗੂ ਹੋ ਜਾਏ, ਕਰਪਸ਼ਨ ਨੂੰ ਵੀ ਠੱਲ ਪੈ ਜਾਏਗੀ, ਲੋਕਾਂ ਨੂੰ ਵੀ ਸੁਰਤ ਆ ਜਾਏਗੀ, ਜੀਵਨ ਆਸਾਨ ਹੋ ਜਾਏਗਾ। ਸੜਕ ਟੁੱਟੀ ਪਈ ਹੈਗੀ ਆ, ਸਾਲ ਪਰ ਟੁੱਟੀ ਰਹਿਣੀ ਆ। ਕਿਉਂ? ਗਵਰਨੈਂਸ ਨਹੀਂ ਹੈ। ਇੰਟਰਨੈਸ਼ਨਲੀ ਮੋਦੀ ਸਾਹਿਬ ਜੋ ਮਰਜ਼ੀ ਕਰੀ ਜਾਣ ਕੇ, ਨਵੀਂ ਸਰਕਾਰ ਜਿਹੜੀ ਬਣੀ ਸੀ 2014 ਤੋਂ ਬਾਅਦ ਨੇ, ਆਪਣੇ ਜੋ ਮਰਜ਼ੀ ਗੁਣਗਾਨ ਕਰੀ ਜਾਣ, ਗਵਰਨੈਂਸ ਦੇਣ 'ਚ ਇਹ ਫੇਲ ਰਹੇ ਤੇ ਅੱਜ ਵੀ ਫੇਲ ਨੇ। ਅੱਜ ਜੋ ਕੁਛ ਇਹਨਾਂ ਨੇ ਕੀਤਾ, ਇਹ ਉਸੇ ਹੀ ਇਹਨਾਂ ਦੀ ਕਮਜ਼ੋਰ ਲੜੀ ਦਾ ਹਿੱਸਾ ਆ। ਇਹ ਸ਼ਹੀਨ ਬਾਗ ਜੋ ਵੀ ਉੱਥੇ ਸੀਗਾ CAA ਦੇ ਵਿਰੋਧ ਵਿੱਚ, ਉਹਦਾ ਨਹੀਂ ਮਸਲਾ ਹੱਲ ਕਰ ਸਕੇ, ਉਹਦੀ ਪ੍ਰੋਪਰ ਇੰਪਲੀਮੈਂਟੇਸ਼ਨ ਨਹੀਂ ਕਰ ਸਕੇ। ਜਿਹੜੀਆਂ ਮਾਈਨੋਰਟੀਜ਼ ਅਫਗਾਨਿਸਤਾਨ ਚੋਂ, ਪਾਕਿਸਤਾਨ ਚੋਂ, ਬੰਗਲਾਦੇਸ਼ ਚੋਂ ਹਿੰਦੂ ਉੱਠ ਕੇ ਆਏ ਸੀਗੇ, ਉਹਨਾਂ ਨੂੰ ਅੱਜ ਤੱਕ ਨਹੀਂ ਇਹ ਕੀ ਕਹਿੰਦੇ ਨੇ ਕਿ ਸਿਟੀਜ਼ਨਸ਼ਿਪ ਦੇ ਸਕੇ, ਉਹਨਾਂ ਨੂੰ ਅੱਜ ਤੱਕ ਨਹੀਂ ਇਹ ਬਹਾਲ ਕਰ ਸਕੇ। ਕੱਲ ਨੂੰ ਫਿਰ ਉਹਦਾ ਉਹ ਸ਼ੁਰੂ ਕਰ ਦੇਣਗੇ CAA ਵਾਪਸ ਲਵੋ। ਮੋਦੀ ਸਾਹਿਬ CAA ਵਾਪਸ ਲੈ ਲਿਓ ਬਈ। ਆ ਜਿਹੜਾ ਤੁਸੀਂ ਅੱਜ ਕੀਤਾ, ਮੇਰੇ ਖਿਆਲ 'ਚ ਸਵਪਨ ਜੀ ਇਹ ਗੱਲ ਪਤਾ ਨਹੀਂ ਕਿੰਨੀ ਠੀਕ ਹੋਏਗੀ। ਇਟ ਵਿਲ ਪ੍ਰੂਵ ਏ ਵਾਟਰਲੂ ਇਨ ਦਾ ਪੋਲੀਟੀਕਲ ਕੈਰੀਅਰ ਆਫ ਨਰਿੰਦਰ ਮੋਦੀ। ਮੰਨਦਾ ਬਹੁਤ ਉਹ ਕਾਮਯਾਬ ਪੋਲੀਟੀਸ਼ੀਅਨ ਨੇ, ਉਹਨਾਂ ਨੂੰ ਮੈਨੀਪੂਲੇਸ਼ਨ ਦਾ ਪਤਾ ਕਿ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਇਹ ਵੋਟ ਪੋਲਿਟਿਕਸ ਦੇ ਵਿੱਚ ਵਿਨ ਓਵਰ ਕਰਨਾ। ਪਰ ਮੋਦੀ ਸਾਹਿਬ, ਤੁਸੀਂ ਇੰਦਰਾ ਗਾਂਧੀ ਦੇ ਨਾਲੋਂ ਇਸ ਪੋਲਿਟਿਕਸ ਦੇ ਵਿੱਚ ਮੈਨੂੰ ਲੱਗ ਰਿਹਾ ਕਿ ਉਹਦੇ ਨਾਲ ਤੋਂ ਪੱਕੇ ਨਹੀਂ ਸਾਬਤ ਹੋਏ, ਤੋਂ ਕੱਚੇ ਸਾਬਤ ਹੋਏ। ਸਭ ਕੁਝ ਮੈਨੂੰ ਯਾਦ ਆਉਂਦਾ ਸਨ ਮੇਰਾ ਖਿਆਲ 83 ਜਾਂ 84 ਦਾ ਐਂਡ ਆ, 84 ਦੀ ਸ਼ੁਰੂ ਹੋਣੀ ਆ। ਮੈਂ ਤੁਹਾਡੀ ਮਿਸਾਲ ਵਜੋਂ ਦੇਣ ਲੱਗਾ, ਫਿਰ 1 ਮਿੰਟ ਲੱਗ ਜਾਏਗਾ। ਮੈਂ ਉਦੋਂ ਮਾਲਟੋਨ ਪ੍ਰੈਕਟਿਸ ਕਰਦਾ ਹੁੰਦਾ ਸੀਗਾ, ਤੇ ਮੇਰੇ ਗੁਆਂਢੀ ਦਾ ਸਵਰਨ ਸਿੰਘ, ਐਕਸ ਡਿਫੈਂਸ ਮਿਨਿਸਟਰ, ਫੋਰਨ ਮਿਨਿਸਟਰ ਕਾਂਗਰਸ ਦੇ ਮੇਰੇ ਗੁਆਂਢੀ ਸਨ। ਮੈਂ ਉਹਨਾਂ ਦਾ ਕਿਸਮ ਦਾ ਫੈਮਿਲੀ ਡਾਕਟਰ ਸੀ। ਮੇਰੀ ਉਹਨਾਂ ਨਾਲ ਬਹੁਤ ਅੰਡਰਸਟੈਂਡਿੰਗ ਸੀ। ਜਦੋਂ ਉਹਨਾਂ ਨੇ ਤੇ ਸਰਦਾਰਨੀ ਜੀ ਨੇ ਜਲੰਧਰ ਆਉਣਾ, ਤੇ ਜਾਂ ਉਹ ਮੇਰੇ ਕਲੀਨਿਕ ਤੇ ਆਉਂਦੇ ਸੀ, ਜਾਂ ਮੈਂ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਲੁੱਕ ਆਫਟਰ ਕਰਦਾ ਹੁੰਦਾ। ਵਿਹਲੇ ਹੋ ਜਾਣਾ। ਸਨ 93 ਦੀ ਗੱਲਬਾਤ ਹੈਗੀ। ਇੱਕ ਵਾਰ ਮੇਰੇ ਕਲੀਨਿਕ ਦੇ ਉੱਪਰ ਉਹ ਆਏ, ਤੋ ਜੋ ਵੀ ਦਵਾਈ ਦੁਕਾਨ ਸੀ ਕਰਨ ਤੋਂ ਬਾਅਦ 1:30-2 ਦਾ ਟਾਈਮ ਹੋਣਾ, ਵਿਹਲਾ ਹੋ ਗਿਆ ਸੀ ਮਰੀਜ਼ਾਂ ਤੋਂ। ਮੈਂ ਸਰਦਾਰ ਜੀ, ਅੱਜ ਮੇਰਾ ਇੱਕ ਦਿਲ ਕਰਦਾ ਕਿ ਮੈਂ ਤੁਹਾਨੂੰ ਇੱਕ ਰਾਜਨੀਤੀ ਦੀ ਗੱਲ ਪੁੱਛਾਂ। ਕਹਿੰਦੇ ਪੁੱਛੋ। ਮੈਂ ਕਿਹਾ ਜਦੋਂ ਲਾਸਟ ਜਿਹੜੀ ਮੀਟਿੰਗ ਸੀਗੀ 1984 ਦੇ ਵਿੱਚ ਅਕਾਲੀਆਂ ਦੀ ਤੇ ਇੰਦਰਾ ਗਾਂਧੀ ਵਿਚਕਾਰ, ਕਾਂਗਰਸ ਸੈਂਟਰ ਗਵਰਨਮੈਂਟ ਵਿਚਕਾਰ, ਉਹ ਵਿੱਚ ਤੁਸੀਂ ਸਭ ਤੋਂ ਵੱਡੇ ਸਾਲਸੀ ਸੀਗੇ। ਉਹ ਸਮਝੌਤਾ ਤੁਸੀਂ ਕਰਾ ਰਹੇ ਸੀਗੇ, ਤੇ ਬਹੁਤ ਸਾਰੇ ਲੋਕ ਕਹਿੰਦੇ ਸੀਗੇ ਕਿ ਇਹ ਸਮਝੌਤਾ ਸਿਰੇ ਚੜ ਜਾਏਗਾ ਐਂਡ ਪੰਜਾਬ
ਜਿਸ ਸੰਤਾਪ ਦੇ ਵਿੱਚੋਂ ਗੁਜ਼ਰਿਆ, ਇਹ ਤੋਂ ਛੁਟਕਾਰਾ ਮਿਲ ਜਾਏਗਾ। ਉਹ ਪਤਾ ਲੱਗਾ ਕਿ ਸਮਝੌਤਾ ਹੋ ਗਿਆ। ਸੈਂਟਰ ਸਰਕਾਰ ਨੇ ਅਕਾਲੀਆਂ ਨੂੰ ਕਿਹਾ ਕਿ ਤੁਸੀਂ ਵਾਪਸ ਅੰਮ੍ਰਿਤਸਰ ਚਲੇ ਜਾਓ, ਸਵੇਰੇ ਇਹਨੂੰ ਅਸੀਂ ਨਸ਼ਰ ਕਰ ਦੇਵਾਂਗੇ। ਐਂਡ ਉਸ ਸਵੇਰੇ ਕੁਛ ਵੀ ਨਾ ਹੋਇਆ। ਉਹਦਾ ਨਾਲ ਰੈਡੀਕਲ ਸਿੱਖਾਂ ਦੀ ਚੜ੍ਹਤ ਹੋਰ ਮਚ ਗਈ ਐਂਡ ਪੰਜਾਬ ਦੇ ਵਿੱਚ ਜਿਹੜੇ ਨਿਰੰਕਾਰੀ ਐਂਡ ਹਿੰਦੂਆਂ ਦਾ ਕਤਲੇਆਮ ਉਹ ਸ਼ੁਰੂ ਹੋ ਗਿਆ। ਉਹ ਤੁਹਾਡਾ ਸਮਝੌਤਾ ਮੈਂ ਸਰਦਾਰ ਜੀ ਕਿਉਂ ਟੁੱਟਾ, ਕੀ ਫੇਲ, ਕੀ ਕਾਰਨ ਕੀ ਹੋਇਆ? ਉਹ ਲਾਸਟ ਐਫਰਟ ਸੀਗੀ ਪੰਜਾਬ ਨੂੰ ਇਸ ਪੱਠੀ ਵਿੱਚ ਝੋਕਣ ਤੋਂ ਪਹਿਲਾਂ। ਰਾਜਵੰਤ ਸਿੰਘ ਹੁਣੀ ਮੈਨੂੰ ਦੱਸਿਆ, ਮੈਂ ਤੁਹਾਡੇ ਨਾਲ ਸਾਂਝੀ ਕਰਦਾ, ਸੁਪਨੇ ਤੇ ਦਰਸ਼ਕੋ ਤੁਹਾਡੇ ਨਾਲ ਵੀ ਸਾਂਝੀ ਕਰਦਾ। ਉਹਨੇ ਦੱਸਿਆ ਕਿ ਵੀ ਇੱਕ ਵਾਰੀ ਮੈਂ ਯੂਨੈਸਕੋ ਦੀ ਕਿਸੇ ਮੀਟਿੰਗ ਵਿੱਚ ਜਨੀਵਾ ਮੀਟਿੰਗ ਅਟੈਂਡ ਕਰਨ ਗਿਆ ਸੀਗਾ। ਮੇਰੇ ਨਾਲ ਦੇ ਕਮਰੇ ਵਿੱਚ PC ਅਲੈਗਜ਼ੈਂਡਰ, ਜੋ ਕਿ ਸਾਡੀ ਉਸ ਮੀਟਿੰਗ 'ਚ ਮੇਰੇ ਨਾਲ ਸਨ, ਸਮਾਰਾ ਉਦੋਂ ਮੇਰਾ ਘਰ ਹੋਮ ਮਿਨਿਸਟਰ ਸੀਗੇ, ਤੇ ਅਸੀਂ ਦੋਨੇ ਇੱਕੋ ਕਮਰੇ ਵਿੱਚ ਸੀਗੇ। ਤੇ ਸ਼ਾਮ ਨੂੰ ਜਦੋਂ ਮਿਲੇ ਤੇ ਬੈਠੇ ਤਾਂ ਮੈਂ ਫਿਰ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਆਪਾਂ ਬੜੀ ਦੇਰ ਬਾਅਦ ਮਿਲੇ ਹਾਂ, ਨੋ ਡਾਊਟ ਕਿ ਪੰਜਾਬ ਹੁਣ ਸ਼ਾਂਤ ਹੈ, ਪਰ ਮੇਰੇ ਮਨ 'ਚ ਆਉਂਦਾ ਕਿ ਸਾਡੀ ਉਹ ਜਿਹੜੀ ਇੰਦਰਾ ਗਾਂਧੀ ਐਂਡ ਕਾਂਗਰਸ ਨਾਲ ਅਕਾਲੀਆਂ ਦਾ ਸਮਝੌਤਾ ਅਸੀਂ ਕਰਵਾਇਆ ਸੀਗਾ, ਉਸ ਤਰ੍ਹਾਂ ਕਿ ਸਵੇਰੇ ਅਨਾਉਂਸ ਹੋ ਜਾਏਗਾ, ਉਹ ਰਾਤੋਂ ਰਾਤ ਕਿੱਦਾਂ ਖਤਮ ਹੋ ਗਿਆ? ਤੋ ਅਲੈਗਜ਼ੈਂਡਰ ਨੇ ਕਹਿੰਦੇ ਮੈਨੂੰ ਦੱਸਿਆ ਕਿ ਵੀ ਸਰਦਾਰ ਜੀ ਉਸ ਸਮਝੌਤੇ ਦੇ ਨਾਲ ਤਾਂ ਜਿਵੇਂ ਤੁਸੀਂ ਸੈਟਿਸਫਾਈਡ ਸੀਗੇ, ਮੈਂ ਵੀ ਸੈਟਿਸਫਾਈਡ ਸੀ, ਉਡੀਕ ਰਹੇ ਕਿ ਸਵੇਰੇ ਅਨਾਉਂਸ ਹੋ ਜਾਏਗਾ। ਪਰ ਰਾਤ ਨੂੰ ਕੁਝ ਹੋਰ ਸਲਾਹਕਾਰ ਐਡਵਾਈਜ਼ਰ ਜੋ ਸਨ ਇੰਦਰਾ ਦੇ, ਜਿਸ ਤੱਕ ਮੈਨੂੰ ਉਮੀਦ ਹੈ ਉਹਨਾਂ ਨੇ ਉਹਨੂੰ ਸਮਝਾਇਆ ਕਿ ਵੀ ਤੇਰੇ ਇਸ ਸਮਝੌਤੇ ਦੇ ਨਾਲ ਹਿੰਦੁਸਤਾਨ ਦਾ ਹਿੰਦੂ ਤੇਰੇ ਅਗੇਂਸਟ ਹੋ ਜਾਏਗਾ। ਇਸ ਵੇਲੇ ਇਸ ਪ੍ਰਕਾਰ ਲੋਹਾ ਗਰਮ ਹੋਇਆ ਕਿ ਪੰਜਾਬ ਦੇ ਵਿੱਚ ਜੋ ਕੁਛ ਹੋ ਰਿਹਾ ਉਸ ਤੋਂ ਬਾਕੀ ਦੇ ਹਿੰਦੁਸਤਾਨ ਦਾ ਹਿੰਦੂ ਤਰਾ ਕਰ ਰਿਹਾ ਕਿ ਪ੍ਰਾਈਮ ਮਿਨਿਸਟਰ, ਸੈਂਟਰ ਸਰਕਾਰ ਐਕਸ਼ਨ ਕਿਉਂ ਨਹੀਂ ਲੈ ਰਹੀ। ਔਰ ਇਸ ਸਮਝੌਤੇ ਦੇ ਨਾਲ ਉਹ ਜਿਹੜਾ ਐਲੀਮੈਂਟ ਹੈ ਸਮੁੱਚੇ ਹਿੰਦੁਸਤਾਨ ਦਾ, ਹਿੰਦੂ ਵੋਟਰ ਹੈ, ਉਹ ਤੇਰੇ ਹੱਥੋਂ ਨਿਕਲ ਜਾਣਾ। ਕੋਈ ਮੈਂ ਤੁਹਾਨੂੰ ਇੱਕ ਥੋੜੀ ਜਿਹੀ ਮਿਸਾਲ ਦਿੱਤੀ ਆ ਪੁਰਾਣੀ ਆਪਣੀ ਯਾਦਾਂ ਦੇ ਝਰੋਖੇ ਜੋ। ਇੰਦਰਾ ਗਾਂਧੀ ਨੇ ਸਮਝੌਤਾ ਕੈਂਸਲ ਕਰਤਾ, ਠੀਕ ਆ, ਉਹਨੂੰ ਐਡਾ ਵੱਡਾ ਐਕਸ਼ਨ ਨਹੀਂ ਸੀ ਲੈਣਾ ਚਾਹੀਦਾ ਜੋ ਬਲੂ ਸਟਾਰ ਹੋਇਆ। ਉਹਨੇ ਬਹੁਤ ਹੀ ਪੰਜਾਬ ਦਾ ਬੇੜਾ ਗਰਕ ਕਰਤਾ, ਉਸਨੇ ਬਹੁਤ ਵੱਡਾ ਜ਼ੁਲਮ ਕੀਤਾ, ਉਹਦੀ ਸਜ਼ਾ ਵੀ ਭੁਗਤੀ। ਉਹਦੀ ਸਜ਼ਾ ਵਿੱਚੋਂ ਇਹੀ ਪਾਰਟੀ 414 ਸੀਟਾਂ ਜਾਂਦੀ ਆ। ਇਹ ਇੱਕ ਪੋਲੀਟੀਕਲ, ਇਹਨੂੰ ਅਸੀਂ ਕਹਾਂਗੇ ਕਿ ਸਟੂਪਿਡਿਟੀ ਜਾਂ ਛਾਤਰਪਣ, ਪੋਲੀਟੀਕਲ ਗੇਮ ਹੈ। ਬਾਕੀ ਤਾਂ ਮੋਦੀ ਸਾਹਿਬ ਬਹੁਤ ਸਿਆਣੇ ਨੇ, ਪਰ ਮੈਨੂੰ ਇਹ ਲੱਗ ਰਿਹਾ ਕਿ ਮੋਦੀ ਸਾਹਿਬ ਤੁਸੀਂ ਇਹ ਕਾਨੂੰਨ ਵਾਪਸ ਲੈ ਕੇ ਕੀ ਸਾਬਤ ਕੀਤਾ ਤੇ ਕੀ ਕਰਨਾ ਚਾਹੁੰਦੇ ਹੋ? ਕਿਸ ਤਰ੍ਹਾਂ ਤੁਹਾਡਾ ਸਮਝੌਤਾ ਹੋਇਆ ਹੋਵੇਗਾ? ਕਿਸ ਵਰਗ ਨੂੰ ਤੁਸੀਂ ਅਪੀਸ ਕਰਨ ਦੀ ਕੋਸ਼ਿਸ਼ ਕੀਤੀ ਹੈ? ਉਸ ਵਰਗ ਦੀ ਮੇਨ ਚੀਜ਼ ਤਾਂ ਸਿੱਖ ਨੇ ਪੰਜਾਬ ਦੇ, ਉਹ ਤਾਂ ਪਹਿਲਾਂ ਨਹੀਂ ਬੀਜੇਪੀ ਦੇ ਹੱਕ 'ਚ ਹੈਗੇ। ਲੇਕਿਨ ਤੁਸੀਂ ਇਹ ਜੋ ਕੁਝ ਵੀ ਅੱਜ ਖੇਡ ਖੇਡਿਆ, ਇਸਨੇ ਤੁਹਾਡੇ ਮੈਜੋਰਟੀ ਜਿਹੜੇ ਸਮਰਥਕ ਸੀਗੇ, ਜਿਹੜੇ ਕਿ ਤੁਹਾਡੀ ਉਹ ਕਮਜ਼ੋਰੀ ਜਿਹੜੀ ਗੁੱਡ ਗਵਰਨੈਂਸ ਪ੍ਰੋਵਾਈਡ ਕਰਨ ਦੀ ਕਮਜ਼ੋਰੀ ਮੈਂ ਬਾਰ-ਬਾਰ ਮੈਂਸ਼ਨ ਕਰਦਾ, ਉਸ ਨੂੰ ਵੀ ਮਾਫ ਕਰੀ ਜਾਂਦੇ ਸੀਗੇ। ਉਮੀਦ ਕਰਦੇ ਸੀਗੇ ਕਿ ਜਿਵੇਂ ਜਿਵੇਂ ਇਕਨੋਮੀ ਡਿਵੈਲਪ ਕਰੇਗੀ, ਦੇਸ਼ ਡਿਵੈਲਪ ਕਰੇਗਾ, ਤਾਂ ਗੁੱਡ ਗਵਰਨੈਂਸ ਵੀ ਗ੍ਰਾਸ ਰੂਟ ਤੋਂ ਆ ਜਾਏਗੀ ਐਂਡ ਥੀਸ ਪੀਪਲ ਆਰ ਬਿਲਡਿੰਗ ਦਾ ਫਾਊਂਡੇਸ਼ਨ ਟੂ ਇੰਪਲੀਮੈਂਟ ਦਿਸ ਗੁੱਡ ਗਵਰਨੈਂਸ। ਤੇ ਇਹ ਅਸੀਂ ਇਹ ਸਮਝਦੇ ਸੀਗੇ। ਲੇਕਿਨ ਉਹੀ ਵਰਗ ਟੋਟਲ ਹਿੰਦੁਸਤਾਨ ਦਾ ਉਹ ਟੋਲਰੈਂਟ, ਜਿਹਨੇ ਤੁਹਾਨੂੰ ਵੋਟਾਂ ਪਾਈਆਂ, ਸਪੋਰਟ ਕੀਤਾ, ਅੱਜ ਮੀਡੀਆ, ਉਹੀ ਮੀਡੀਆ ਜਿਹੜਾ ਕਿ ਤੁਹਾਡੇ
ਗੁਣ ਗਾਉਂਦਾ ਸੀਗਾ, ਉਹੀ ਮੀਡੀਆ ਤੁਹਾਨੂੰ, ਜਿਹਨੂੰ ਅਸੀਂ ਕਹਿੰਦੇ ਹੈਗੇ ਹਾਂ ਕਿ ਹਿੰਦੂ ਰਾਸ਼ਟਰਵਾਦੀ ਮੀਡੀਆ, ਉਹ 'ਚੋਂ ਇੱਕ ਵੀ ਵਿਅਕਤੀ ਤੁਹਾਡੀ ਸਪੋਰਟ 'ਤੇ ਨਹੀਂ ਹੈਗਾ, ਤੁਹਾਡੇ ਸੈਕਸ਼ਨ ਸਪੋਰਟ ਨਹੀਂ ਕਰ ਰਿਹਾ। ਈਵਨ ਕੋਈ ਮੇਰੇ ਵਾਲਾ ਵਿਅਕਤੀ, ਨਾ ਮੇਰਾ ਕੋਈ ਮੀਡੀਆ ਨਾ ਗੱਲ ਨਾ ਕੋਈ ਬਾਤ, ਮੈਂ ਆਪਣੀਆਂ ਗੱਲਾਂ ਬਾਤਾਂ ਪੇਸ਼ ਕਰ ਰਿਹਾ। ਯੂ ਆਰ ਕਮਿਟਡ ਏ ਗ੍ਰੇਟੈਸਟ ਪੋਲੀਟੀਕਲ ਬਲੰਡਰ। ਵੈਸੇ ਤੁਸੀਂ ਸਿਆਣੇ ਹੋ, ਸਾਡੇ ਸਭ ਨੂੰ ਤੁਸੀਂ ਸਿਆਣੇ ਹੋ, ਪਰ ਕਿਤੇ ਐਸਾ ਨਾ ਹੋਵੇ ਕਿ ਇਹ ਬਲੰਡਰ ਤੁਹਾਡੇ ਪੋਲੀਟੀਕਲ ਕੈਰੀਅਰ ਦਾ ਵਾਟਰਲੂ ਨਾ ਸਾਬਤ ਹੋ ਜਾਏ। ਉਤਾਦ ਮੈਂ ਆਖ ਰਿਹਾ ਕਿ ਸਿੱਖ ਵੋਟ ਤਾਂ ਬੜੀ ਥੋੜੀ ਆ, ਮੈਜੋਰਟੀ ਹਿੰਦੂ ਵੋਟ ਆ। ਤੁਸੀਂ ਪ੍ਰੋਬਲਮ ਬਣਾ ਕੇ ਰੱਖਤੀ ਯੋਗੀ ਵਾਸਤੇ ਉੱਤਰਾਖੰਡ ਐਂਡ ਦੋ ਹੀ ਚੀਜ਼ਾਂ। ਤੁਹਾਡੀ ਟੇਕ ਤਾਂ ਉੱਤਰਾਖੰਡ ਐਂਡ ਯੂਪੀ ਦੀਆਂ ਚੋਣਾਂ ਆ। ਜੇ ਤੁਸੀਂ ਸਮਝਦੇ ਹੋ ਕਿ 3A ਕਾਨੂੰਨ ਬੜੇ ਹੈਗੇ ਨੇ ਵਾਪਸ ਲੈਣ ਦੇ ਨਾਲ ਕਿ ਤੁਹਾਨੂੰ ਉੱਥੋਂ ਦੇ ਕੋਈ ਸਿੱਖਾਂ ਦੀ ਜਾਂ ਕਿਸਾਨਾਂ ਦੀ ਵੋਟ ਮਿਲ ਜਾਏਗੀ, ਲੇਕਿਨ ਬਹੁਤ ਵੱਡਾ ਵਰਗ ਜਿਹੜਾ ਹਿੰਦੂ ਤੁਹਾਨੂੰ ਭਗਤ ਹੋਣ ਦੇ ਨਾਤੇ ਸਪੋਰਟ ਕਰਦਾ ਸੀਗਾ, ਕੁਛ ਉਹਦੀਆਂ ਐਸਪੀਰੇਸ਼ਨ ਦਾ ਖਿਆਲ ਤਾਂ ਕਰਦੇ। ਆ ਟੋਟਲ ਸੋਸ਼ਲ ਮੀਡੀਆ, YouTube ਮੀਡੀਆ ਜੋ ਮੈਂ ਬੋਲ ਰਿਹਾ, ਇਹਦੇ ਉੱਪਰ ਹੀ ਭਰਿਆ ਪਿਆ। ਸਾਡਾ ਕਿਸੇ ਦੇ ਸਮਰਥਨ ਵਿੱਚ ਜਾਂ ਕਿਸੇ ਦੇ ਵਿਰੋਧ ਵਿੱਚ ਐਨਾਲਿਸਿਸ ਨਹੀਂ। ਮੈਨੂੰ ਵੀ ਆ ਸਮਝ ਆਈ ਹੈਗੀ ਆ ਕਿ ਹਕੂਮਤਾਂ ਆਉਂਦੀਆਂ ਰਹਿਣਗੀਆਂ, ਜਾਂਦੀਆਂ ਰਹਿਣਗੀਆਂ, ਮੋਦੀ ਵਰਗੇ ਵੀ ਆਉਂਦੇ ਰਹਿਣਗੇ, ਇੰਦਰਾ ਵਰਗੇ ਵੀ ਆਉਂਦੇ ਰਹਿਣਗੇ, ਲੇਕਿਨ ਮੁੱਖ ਮਕਸਦ ਜੋ ਵਾਜਪੇਈ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਰਾਸ਼ਟਰ ਰਹਿਣਾ ਚਾਹੀਦਾ ਆ। ਤੁਹਾਡਾ ਕਰਤੱਵ ਬਣਦਾ ਸੀਗਾ ਕਿ ਇਸ ਤਰੀਕੇ ਨੂੰ ਬੈਠ ਕੇ ਦਾ ਲਾ ਆਫ ਦਾ ਜੋ ਰੂਲ ਆਫ ਦਾ ਜੋ ਲੈਂਡ ਹੈ, ਉਸ ਲਾ ਨੂੰ ਇੰਪਲੀਮੈਂਟ ਕਰਦੇ। ਕਈ ਐਸਪੈਕਟ ਨੇ ਹਰ ਚੀਜ਼ ਨੂੰ ਸਮਝਾਉਣ ਦੇ। ਨਾ ਤਾਂ ਤੁਸੀਂ ਪ੍ਰੋਪਰ ਇੰਪਲੀਮੈਂਟੇਸ਼ਨ ਆਫ ਲਾ ਕਰ ਸਕੇ, ਫੇਲ ਹੋ ਤੁਸੀਂ, ਗਵਰਨੈਂਸ ਤੁਸੀਂ ਮੁਹੱਈਆ ਨਹੀਂ ਕਰ ਸਕੇ, ਰਾਦਰ ਤੁਸੀਂ ਅੱਗੇੋਂ ਅਨਾਰਕੀ ਦੇ ਐਂਡ ਕੀ ਕਹਾਂਗਾ ਮਿਸ ਗਵਰਨੈਂਸ ਦੇ ਤੁਸੀਂ ਅੱਗੇੋਂ ਇਹ ਨਹੀਂ ਪਤਾ ਰੱਖਤਾ। ਜਿਹੜਾ ਮਰਜੀ ਉੱਠ ਕੇ ਧਰਨਾ ਲਾ ਦੇਵੇ ਐਂਡ ਪਤਾ ਹੈ ਕਿ ਵੀਕ ਲੋਕ ਨੇ, ਇਹ ਕੁਛ ਨਹੀਂ ਕਰਨ ਜੋਗੇ ਹੈਗੇ, ਤੇ ਅਸੀਂ ਆਪਣੇ ਪਾਰਲੀਮੈਂਟ ਦੀ ਕੀ ਜ਼ਰੂਰਤ ਹੈਗੀ ਆ? ਅਸੀਂ ਆਪਣੀਆਂ ਗੱਲਾਂ ਪਤਾ ਸੜਕਾਂ ਤੇ ਬਣਵਾ ਲਵਾਂਗੇ। ਇਹ ਬਹਾਨਾ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿ ਮੇਰੀ ਤਪੱਸਿਆ 'ਚ ਫਰਕ ਹੈ। ਤਪੱਸਿਆ ਇਜ਼ ਆਲਵੇਜ਼ ਇੰਡੀਵਿਜੂਅਲ। ਹਰ ਵਿਅਕਤੀ ਤਪਸਵੀ ਹੈ, हर व्यक्ति मेडिटेटिव है। तो मेरी फिर इस सरकार नूं, इस रूलिंग पार्टी नूं मेरी अपील है कि भाई जो मर्जी करो, लेकिन सानू गुड गवर्नेंस दिओ। उस गुड गवर्नेंस में लोग सड़कां घेर के बैठ जाण ਤੇ ਤੁਸੀਂ ਇੰਟਰਨੈਸ਼ਨਲੀ ਕਾਨਫਰੰਸਾਂ ਅਟੈਂਡ ਕਰਦੇ ਫਿਰੋ, ਤੇ ਲੋਕ ਕਿੱਥਾਂ ਦੇ ਇੰਨੇ ਟੋਲਰੈਂਟ ਨੇ, ਉਹ ਜੇ ਸੜਕ ਆ ਬੰਦ ਹੈ ਤੇ ਪਰੇ ਜੋ ਕੇ ਚਲੇ ਜਾਣਗੇ, ਜੇ ਉਧਰ ਬੰਦ ਹੈ ਤੇ ਇੱਧਰ ਜੋ ਕੇ ਚਲੇ ਜਾਣਗੇ, ਘਰ ਵਿਹਲੇ ਹੋ ਕੇ ਬੈਠ ਜਾਣਗੇ। ਬਾਕੀ ਮੇਰਾ ਫਿਰ ਇਹ ਵਿਸ਼ਵਾਸ ਹੈਗਾ ਕਿ ਇਸ ਸਥਿਤੀ ਵਿੱਚ ਕੁਝ ਵੀ ਅਕਾਰਨ ਐਂਡ ਬੇਮਕਸਦ ਨਹੀਂ ਘਟਦਾ। ਅੱਜ ਵੀ ਜੋ ਕੁਛ ਹੋਇਆ, ਮੈਂ ਇੱਕ ਪੋਜ਼ਿਟਿਵ ਥਿੰਕਰ ਆ, ਕਦੇ ਨੈਗੇਟਿਵ ਨਹੀਂ ਲੈਂਦਾ। ਇਹਦੇ ਵਿੱਚੋਂ ਵੀ ਕਈ ਹਾਂ ਪੱਖੀ ਨਤੀਜੇ ਨਿਕਲਣਗੇ, ਪਰ ਇੱਕ ਖਤਰਾ ਜ਼ਰੂਰ ਹੈ। ਉਸ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਕਿ ਕਿਤੇ ਇਹ ਫਰਦ ਡਿਟੀਰੀਓਰੇਸ਼ਨ ਆਫ ਲਾ ਐਂਡ ਆਰਡਰ ਨੂੰ ਜਨਮ ਨਾ ਦੇ ਦੇ। ਬਾਕੀ ਸਭ ਕੁਝ ਅਗਲੇ ਐਪੀਸੋਡ 'ਚ ਲਵਾਂਗੇ। ਸਾਰੇ ਦੇ ਸਾਰੇ ਦਾ ਆਧਾਰ ਦੇ ਵਿੱਚ ਧਰਮ ਤੇ ਅਧਰਮ ਦਾ ਕੀ ਰੋਲ ਹੈ, ਕਿਉਂਕਿ ਆਪਣਾ ਵਿਸ਼ਾ ਮੇਨ ਤਾਂ ਉਹ ਹੈ। ਅੱਜ ਤਾਂ ਤੁਸੀਂ ਜਾਂਦੇ ਜਾਂਦੇ ਇਹ ਇੱਕ ਟੌਪਿਕ ਨੂੰ ਛੇੜ ਲਿਆ, ਤੇ ਆਪਾਂ ਅਗਲੇ ਉੱਥੇ ਆਵਾਂਗੇ ਕਿ ਹਰ ਚੀਜ਼ ਦੇ ਪਿੱਛੇ ਅਧਰਮ ਕਿੱਥੇ ਖੜਦਾ ਤੇ ਧਰਮ ਕਿੱਥੇ ਖੜਦਾ। एक बार फिर दोस्तों, आप सबके भीतर उस स्वयं प्रकाशमान ज्योत को डॉक्टर दोसांझ का प्रणाम।